ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ दैनिक सवेरा टीवी। मैं हाँ ਨੂਰਪੀ ਜੁਲਵਾਨ। ਗੁਲਾਬੀ ਸੁੰਡੀ ਦੇ ਅਟੈਕ ਦੇ ਕਰਕੇ ਫਸਲ ਖਰਾਬ ਹੋ ਜਾਂਦੀ ਹੈ। ਕਿਸਾਨ ਜ਼ਿਆਦਾਤਰ ਪਰੇਸ਼ਾਨ ਰਹਿੰਦੇ ਨੇ, ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਨੇ। ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੀਨੀਅਰ ਸਾਇੰਟਿਸਟ ਸਤਨਾਮ ਸਿੰਘ ਇੱਥੇ ਮੌਜੂਦ ਨੇ। ਸਰ, ਗੁਲਾਬੀ ਸੁੰਡੀ ਦਾ ਅਟੈਕ ਹੁੰਦਾ ਹੈ, ਆਪਾਂ ਦੇਖਦੇ ਨੇ ਬਾਰ-ਬਾਰ ਧਰਨੇ ਲੱਗ ਰਹੇ ਨੇ, ਮੁਜ਼ਾਹਰਾ ਲੱਗ ਰਿਹਾ ਹੈ, ਸਰਕਾਰ ਤੋਂ ਮਦਦ ਦੀ ਗੁਹਾਰ ਕੀਤੀ ਜਾ ਰਹੀ ਹੈ, ਲੇਕਿਨ ਗੁਲਾਬੀ ਸੁੰਡੀ ਦੇ ਅਟੈਕ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? देखो जी, गुलाबी सुंडी ਦੇ ਸਾਡੇ ਕੋਲ ਜੇ ਆਪਾਂ ਪਹਿਲਾਂ ਇਹ ਗੱਲ ਜ਼ਰੂਰੀ ਸਮਝਣੀ ਹੈ, ਫਾਰਮਰ ਨੇ, ਕਿਸਾਨ ਨੇ ਇਹ ਸਮਝਣਾ ਹੈ ਕਿ ਗੁਲਾਬੀ ਸੁੰਡੀ ਜਿਹੜੀ ਹੈਗੀ ਹੈ, ਹੁਣ ਇਹਨੂੰ ਸਹਿਨਸ਼ੀਲਤਾ ਮਤਲਬ ਰੈਜ਼ਿਸਟੈਂਸ ਜਿਹਨੂੰ ਕਹਿੰਦੇ ਆ, ਬੀਟੀ ਨਰਮੇ ਨੂੰ, ਕਿਉਂ ਬੀਟੀ ਜਿਹੜਾ ਬੀਟੀ ਕਾਟਨ ਹੈ ਉਹਦੇ ਵਿੱਚ ਬੀਟੀ ਜ਼ਹਿਰ ਹੁੰਦੀ, ਬੀਟੀ ਜ਼ਹਿਰ ਜਿਹੜੀ ਐਕਸਪ੍ਰੈਸ ਹੁੰਦੀ ਹੈ, ਉਸ ਜ਼ਹਿਰ ਨੂੰ ਜਿਹੜੀ ਹੈ ਇਹਦੇ ਵਿੱਚ ਸਹਿਨਸ਼ੀਲਤਾ ਆ ਗਈ ਹੈ, ਕਿਉਂਕਿ ਇਹ ਇੱਕੋ ਇੱਕ ਇਕੱਲਾ ਹੀ ਕੀੜਾ ਹੈਗਾ ਜੀ ਨਰਮੇ ਦਾ। ਇਹ ਖਾਲੀ ਤੇ ਖਾਲੀ ਵਰਲਡ ਓਵਰ ਇਹ ਇੱਕ ਜਿਹਨੂੰ ਕਹਿੰਦੇ ਨਾ ਅਸਲ ਕੀੜਾ ਨਰਮੇ ਦਾ, ਅਸਲ ਕੀੜਾ ਕਾਟਨ ਦਾ ਇਹ ਆਪਣਾ ਗੁਲਾਬੀ ਸੁੰਡੀ ਹੈ। ਗੁਲਾਬੀ ਸੁੰਡੀ ਹੁਣ ਤੁਸੀਂ ਦੇਖੋ 2005 ਵਿੱਚ ਜਦੋਂ ਬੀਟੀ ਨਰਮਾ ਪ੍ਰਮਾਣਿਤ ਹੋਇਆ ਸੀ, ਉਸ ਟਾਈਮ ਤੇ ਸਾਨੂੰ 2019 ਤੱਕ ਕੋਈ ਸਮੱਸਿਆ ਨਹੀਂ ਸੀ, ਕਿਤੇ ਵੀ ਤੁਹਾਨੂੰ ਰਿਪੋਰਟ ਨਹੀਂ ਆਈ ਹੋਣੀ ਕਿ ਗੁਲਾਬੀ ਸੁੰਡੀ ਦੀ ਕੋਈ ਹਮਲੇ। ਇੱਕਾ ਦੁੱਕਾ ਜਿਹੜੀਆਂ ਰਿਪੋਰਟਸ ਨੇ ਗੁਜਰਾਤ ਜਾਂ ਇਹਦੇ 'ਚ, ਉੱਥੋਂ ਮਤਲਬ ਗੁਜਰਾਤ 'ਚ ਪਹਿਲਾਂ ਆ ਗਿਆ ਸੀਗਾ, ਪੰਜਾਬ 'ਚ ਆਪਣੇ ਕੋਲ, ਪੰਜਾਬ 'ਚ 2020 'ਚ ਜ਼ਿਆਦਾ ਨੁਕਸਾਨ ਹੋਇਆ। ਉਹਦਾ ਕਾਰਨ ਇਹ ਹੈ ਕਿ ਤੁਸੀਂ ਇਹ ਮੰਨ ਕੇ ਚਲੋ 15 ਸਾਲ ਇਸ ਕੀੜੇ ਨੇ ਜਿਹੜੀ ਹੈਗੀ ਹੈ, ਇਹਨੂੰ ਟਾਈਮ ਲੱਗ ਗਿਆ ਇਸ ਜ਼ਹਿਰ ਨੂੰ ਟਾਕਰਾ ਕਰਨ ਦਾ, ਇਸ ਜ਼ਹਿਰ ਦੇ ਕਿਉਂਕਿ ਜਿਹੜੀ ਬੀਟੀ ਨਰਮਾ ਇਹਨੇ 3 ਕੀੜਿਆਂ ਦਾ ਕੰਟਰੋਲ ਕਰਦੀ ਸੀ, ਗੁਲਾਬੀ ਸੁੰਡੀ, ਚਿਤਕਬਰੀ ਸੁੰਡੀ ਤੇ ਅਮਰੀਕਨ ਸੁੰਡੀ। ਕਿਉਂਕਿ ਇਹ ਖਾਲੀ ਇੱਕ ਕੀੜਾ ਇਸੇ ਤੇ ਹੀ ਫਸਲ ਤੇ ਹੀ ਰਹਿੰਦਾ, ਹੋਰ ਕਿਸੇ, ਕਿਉਂ ਬਾਕੀ ਜਿਹੜੇ ਕੀੜੇ ਹੈਗੇ ਉਹ ਦੂਜੀ ਫਸਲਾਂ ਤੇ ਵੀ ਰਹਿੰਦੇ ਆ, ਇਸ ਕਰਕੇ ਉਹਨਾਂ ਨੂੰ ਆਪਣੀ ਹੋਂਦ ਬਚਾਉਣ ਦੀ ਕੋਈ ਪਰੇਸ਼ਾਨੀ ਨਹੀਂ ਸੀਗੀ। ਇਹ ਕੀੜੇ ਨੇ ਆਪਣੀ ਹੋਂਦ ਬਚਾਉਣ ਵਾਸਤੇ ਜਿਹੜਾ ਹੈ ਇਸ ਫਸਲ ਤੇ, ਇਸ ਬੀਟੀ ਜ਼ਹਿਰ ਤੇ ਆਪਣੀ ਜਿਹੜੀ ਹੈ ਸਹਿਨਸ਼ੀਲਤਾ ਜਿਹੜੀ ਉਹ ਆ ਚੁੱਕੀ ਹੈ। ਹੁਣ ਜਿਹੜੀ ਗੱਲ ਹੈਗੀ ਹੈ, ਸਾਡੇ ਕੋਲ ਅਜੇ ਤੇ ਜਿਹੜਾ ਹੱਲ ਹੈਗਾ ਉਹ ਕੀਟਨਾਸ਼ਕ ਹੈ, ਕੁਝ ਨਵੀਆਂ ਟੈਕਨੋਲੋਜੀਆਂ। ਮੈਂ ਦੋਨਾਂ ਚੀਜ਼ਾਂ ਦੇ ਬਾਰੇ ਗੱਲ ਕਰਾਂਗਾ। ਜਿਹੜੀ ਕੀਟਨਾਸ਼ਕ ਹੈਗੀ ਹੈ, ਦੇਖੋ ਗੁਲਾਬੀ ਸੁੰਡੀ ਦਾ ਜੀਵਨ ਚੱਕਰ ਬਹੁਤ ਕੰਪਲੀਕੇਟਡ ਜਿਹਾ ਹੈਗਾ, ਇਹਦੇ 'ਚ ਅੰਡਰਸਟੈਂਡ ਮਤਲਬ ਬਹੁਤ ਫਾਰਮਰ ਨੂੰ ਸਮਝਣਾ ਜ਼ਰੂਰੀ ਹੈ ਕਿ ਕੋਈ ਵੀ ਜਿਹੜੀ ਸੁੰਡੀ ਹੈ ਉਹਦੇ ਜੀਵਨ ਚੱਕਰ 'ਚ ਪਤੰਗਾ ਹੈ, ਪਤੰਗਾ ਅੰਡਾ ਦਿੰਦਾ, ਅੰਡੇ ਤੋਂ ਸੁੰਡੀ ਨਿਕਲਦੀ ਹੈ, ਸੁੰਡੀ ਤੋਂ ਬਾਅਦ ਇੱਕ ਕੋਵਾ ਪਿਊਪਾ ਬਣਦਾ ਹੈ, ਪਿਊਪੇ ਤੋਂ ਬਾਅਦ ਫਿਰ ਪਤੰਗਾ ਨਿਕਲਦਾ, ਅਤੇ ਇੱਦਾਂ ਜੀਵਨ ਚੱਕਰ ਜਿਹੜਾ ਚੱਲਦਾ ਹੈ। ਜਿਹੜੀ ਗੁਲਾਬੀ ਸੁੰਡੀ ਹੈ ਇਹ ਕੀ ਕਰਦੀ ਹੈ, ਇਹਦਾ 2 ਟਾਈਪ ਦਾ ਜੀਵਨ ਚੱਕਰ ਹੈ, ਇੱਕ ਗਰਮੀ ਰੁੱਤ ਦਾ, ਇੱਕ ਹੈ ਸਰਦੀ ਰੁੱਤ ਦਾ। ਗਰਮੀ ਰੁੱਤ ਦਾ ਜਿਹੜਾ ਜੀਵਨ ਚੱਕਰ ਉਹ 1 ਮਹੀਨੇ ਵਿੱਚ ਕੰਪਲੀਟ ਕਰ ਦਿੰਦੀ ਹੈ, ਆਪਣਾ ਅੰਡੇ ਤੋਂ ਲੈ ਕੇ ਪਤੰਗੇ ਤੱਕ। ਜਿਹੜਾ ਸਰਦੀ ਰੁੱਤ ਦਾ ਹੈ, ਸਰਦੀ ਰੁੱਤ ਦਾ ਜਿਹੜਾ ਜੀਵਨ ਚੱਕਰ ਆ ਉਹ ਸ਼ੁਰੂ ਹੁੰਦਾ ਅਕਤੂਬਰ, ਜਦੋਂ ਮੌਸਮ ਸਹੀ ਨਹੀਂ ਹੁੰਦਾ। ਅਕਤੂਬਰ ਦੇ ਮਹੀਨੇ 'ਚ ਕੀ ਹੁੰਦਾ ਕਿ ਜਦੋਂ ਸੁੰਡੀ ਜਿਹੜੀ ਹੈ ਟਿੰਡੇ 'ਚ ਹੈ, ਕਿਉਂਕਿ ਇਹਨੇ ਖਾਣਾ 3 ਚੀਜ਼ਾਂ ਨੇ, ਜਾਂ ਤਾਂ ਇਹ ਖਾਂਦੀ ਹੈ ਫੁੱਲ, ਜਾਂ ਖਾਂਦੀ ਹੈ ਜਿਹੜੇ ਆ ਵਡੇਵੇਂ, ਮਤਲਬ ਜਿਹਨੂੰ ਆਪਾਂ ਟਿੰਡਾ ਕਹਿ ਦਿੰਦੇ ਆ, ਉਹਦੇ ਵਿੱਚ ਪ੍ਰੋਟੀਨ ਖਾਂਦੀ ਹੈ। ਇਹਨੇ ਕੀ ਕਰਨਾ, ਜਦੋਂ ਆਪਾਂ ਅਕਤੂਬਰ ਦੇ ਮਹੀਨੇ ਜਿਹੜੀ ਸੁੰਡੀ ਹੈ ਉਹ ਜਦੋਂ ਇਹਦੇ ਵਿੱਚ ਚਲੀ ਗਈ, ਟਿੰਡੇ ਵਿੱਚ ਬॉल ਵਿੱਚ ਚਲੀ ਗਈ, ਕਾਟਨ ਦਾ ਜਿਹੜਾ ਬॉल ਹੈ ਉਹਦੇ ਵਿੱਚ ਹੀ ਰਹਿਣਾ। ਇਹਨੇ ਪੂਰਾ ਆਪਣਾ 4 ਮਹੀਨੇ ਜਿਹੜੇ ਆ ਇਹ ਕੋਈ ਕੁਝ ਖਾਣਾ ਨਹੀਂ, ਇੱਕ ਸੁਸਤ ਅਵਸਥਾ ਵਿੱਚ। ਜਿੱਦਾਂ ਆਪਾਂ ਕਹਿੰਦੇ ਕੁਝ ਜਾਨਵਰ ਖੁੱਡਾਂ ਚਲੇ ਜਾਂਦੇ ਆ, ਸੱਪ ਹੈਗੇ ਆ, ਹੋਰ ਕੁਝ ਹੈਗੇ ਆ, ਉਹ ਖੁੱਡਾਂ ਚਲੇ ਜਾਂਦੇ ਆ ਸਰਦੀ ਰੁੱਤ, ਇਸ ਤਰ੍ਹਾਂ ਇਹ ਕੀੜਾ ਵੀ ਇੱਕ ਖੁੱਡ ਵਿੱਚ, ਜਿਹਨੂੰ ਮੰਨ ਕੇ ਚਲੀ, ਉਹਨੂੰ ਟੈਕਨੀਕਲ ਭਾਸ਼ਾ 'ਚ ਆਪਾਂ ਡਾਇਆਪੋਜ਼ ਕਹਿੰਦੇ ਆ। ਇਹਦਾ ਮਤਲਬ ਜਿਹੜੇ ਵੀ ਤੁਹਾਡੇ ਸੜੇ ਗਲੇ ਟਿੰਡੇ ਹੈਗੇ ਆ, ਕਿਉਂਕਿ ਇਹ ਮੰਨ ਕੇ ਚਲੋ 1 ਕਿੱਲੇ ਵਿੱਚ ਲਗਭਗ 7000 ਬੂਟਾ ਹੁੰਦਾ ਨਰਮੇ ਦਾ, 7-10 ਠੀਕ ਹੈ। ਜਦੋਂ ਅਸੀਂ 4-5 ਹਰ ਇੱਕ ਬੂਟੇ ਤੇ ਲਗਭਗ 4-5 ਹਜ਼ਾਰ ਰਹਿ ਜਾਂਦੇ, ਲਗਭਗ ਇਹ ਮੰਨ ਕੇ ਚਲੋ 28000 ਟਿੰਡੇ ਜਿਹੜੇ ਆ, 28000 ਬॉल ਨੇ। ਔਰ ਜੇ 28000 ਚੋਂ ਮੈਂ ਕਹਿੰਦਾ ਅੱਧੇ ਤੇ ਵੀ ਗੁਲਾਬੀ ਸੁੰਡੀ ਰਹਿ ਗਈ, ਇਹਦਾ ਮਤਲਬ 14000 ਸੁੰਡੀਆਂ ਨੂੰ ਕਿਸਾਨ ਕਿੱਥੇ ਰੱਖ ਰਿਹਾ, ਜਿਹੜੀਆਂ ਛਟੀਆਂ ਨੇ, ਜਿਹੜੀਆਂ ਕਾਟਨ ਦੀਆਂ ਸਟਿਕਸ ਨੇ, ਉਹ ਆਪਣੇ ਖੇਤ ਵਿੱਚ ਜਾਂ ਆਪਣੇ ਪਿੰਡ 'ਚ ਰੱਖ ਰਿਹਾ। ਮਤਲਬ ਚੋਰ ਕਿੱਥੇ ਬੈਠਾ ਹੋਇਆ, ਉਹਨਾਂ ਦੇ ਘਰ ਹੀ, ਠੀਕ ਹੈ। ਜਦੋਂ ਮਈ ਜਾਂ ਜੂਨ ਆ ਗਿਆ, ਇਹ ਪਤੰਗਾ ਇਹਦੇ 'ਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹ ਦੇਖਦਾ ਕਿ ਆਸੇ-ਪਾਸੇ ਨਰਮੇ ਦੀ ਫਸਲ ਕਿੱਥੇ ਹੈ, ਅਤੇ ਨਰਮੇ ਦੀ ਫਸਲ 'ਤੇ ਜਾ ਕੇ ਇਹਨੇ ਅੰਡੇ ਦੇਣੇ ਸ਼ੁਰੂ ਕਰ ਦੇਣੇ। ਜਦੋਂ ਵੀ ਫੁੱਲ ਆਣੇ, ਇਹ ਫੁੱਲਾਂ ਨਾਲ, ਇਹਦਾ ਫੁੱਲ ਅਤੇ ਫੁੱਲਬੋਗੀ ਜਿਹੜੀ ਆ ਉੱਥੇ ਹੀ ਅੰਡੇ ਦੇਣੇ, ਜਾਂ ਟਿੰਡੇ 'ਤੇ ਅੰਡੇ ਦੇਣੇ ਆ, ਪੱਤੇ 'ਤੇ ਨੇ ਅੰਡੇ ਨਹੀਂ। ਜੇ ਇਹਨੂੰ ਨਰਮਾ ਨਹੀਂ ਮਿਲਦਾ ਤੇ ਇਹਦੇ 'ਚ ਕੀ ਹੁੰਦਾ ਕਿ ਮਾਰਚ ਤੋਂ ਸ਼ੁਰੂ ਹੋ ਜਾਂਦੇ ਨਿਕਲਣੇ, ਉਹਨੂੰ ਕਹਿੰਦੇ ਆ ਸੁਸਾਈਡਲ, ਆਤਮਘਾਤੀ ਐਮਰਜੈਂਸ, ਜਿਹੜੇ ਉਹ ਮਰ ਜਾਂਦੇ ਆ। ਬਟ ਜਿਹੜੇ ਲੇਟ ਨਿਕਲਦੇ ਆ, ਜਿਹੜੇ ਮਈ ਜੂਨ 'ਚ ਨਿਕਲਦੇ ਆ, ਉਹ ਜਿਹੜੇ ਆ ਫਸਲ, ਉਹਨਾਂ ਨੂੰ ਨਰਮੇ ਦੀ ਫਸਲ ਮਿਲ ਜਾਂਦੀ ਹੈ, ਉਹਨਾਂ ਦਾ ਜੀਵਨ ਚੱਕਰ। ਇਸ ਕਰਕੇ ਕਿਸਾਨ ਵਾਸਤੇ ਇੱਕ ਬਹੁਤ ਵਧੀਆ ਤਰੀਕੇ ਨੂੰ ਕੰਟਰੋਲ ਕਰਨ ਦਾ। ਤੁਸੀਂ ਵੀ ਦੱਸ ਸਕਦੇ ਹੋ ਕਿ ਛਟੀਆਂ ਨੂੰ ਜਿਹੜੀਆਂ ਹੈਗੀਆਂ, ਜਿਹੜੀਆਂ ਕਾਟਨ ਦੀਆਂ ਸਟਿਕਸ ਨੇ, ਉਹਨਾਂ ਨੂੰ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਮਾਰਚ ਅਪ੍ਰੈਲ ਵਿੱਚ ਹੀ ਆਪਣੇ ਖੇਤ 'ਚੋਂ ਕੱਢ ਦਿਓ, ਉਹਨਾਂ ਨੂੰ ਸਾੜ ਦਿਓ, ਉਹਨਾਂ ਨੂੰ ਮਤਲਬ ਕਿ ਹਟਾ ਦਿਓ, ਉਹਨਾਂ ਨੂੰ ਨਸ਼ਟ ਕਰ ਦਿਓ। ਜੇ ਉਹਨਾਂ ਨੂੰ ਨਸ਼ਟ ਕਰਤਾ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਹੈਗਾ, ਤੁਹਾਡੀ ਜਿਹੜੀ ਐਫਰਟ ਹੈ ਉਹ ਲਗਭਗ ਖਾਲੀ 30-40% ਹੀ ਰਹਿ ਜਾਂਦੀ ਉਹਨੂੰ, ਉਹਦੇ ਵਾਸਤੇ ਕੰਟਰੋਲ ਕਰਨਾ। ਹੁਣ ਦੇਖੋ ਨਵੀਆਂ ਟੈਕਨੀਕਾਂ, 2 ਚੀਜ਼ਾਂ ਨੇ ਅਜੇ ਫਾਰਮਰ ਕੋਲ। ਇੱਕ ਆਪਸ਼ਨ ਇਹ ਹੈ ਕਿ ਅਜੇ ਨਵੀਂ ਤਕਨੀਕ ਹਰ ਇੱਕ ਫਾਰਮਰ ਅਡੋਪਟ ਨਹੀਂ ਕਰ ਸਕਦਾ, ਕਿ ਕਿਸਾਨ ਸਾਡੇ ਜ਼ਿਆਦਾਤਰ ਕਿਸਾਨ ਗਰੀਬ ਹੈਗੇ ਆ। ਹਰ ਟੈਕਨੋਲੋਜੀ, ਹਰ ਜੇ ਆਪਣਾ ਕਹਿੰਦੇ ਨੇ
ਉਹ ਨਹੀਂ ਖਰੀਦ ਸਕਦੇ। ਲੇਕਿਨ ਜਦ ਆਪਾਂ ਕਹਿੰਦੇ ਟੈਕਨੀਕਸ, ਜਿਵੇਂ ਤੁਸੀਂ ਕਿਹਾ ਕਿ ਟਾਈਮ ਸਿਰ ਅਗਰ ਸਾੜ ਦਿੰਦੇ ਨੇ ਤਾਂ ਫਿਰ ਸ਼ਾਇਦ ਸੁੰਡੀ ਨਹੀਂ ਲੱਗ ਸਕਦੀ ਹੈ। ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਿ ਛਟੀਆਂ ਜਿਹੜੀਆਂ ਆਪਾਂ ਕਾਟਨ ਦੀਆਂ ਸਟਿਕਸ ਨੇ, ਜਿਹੜੇ ਸੜੇ ਗਲੇ ਟਿੰਡੇ ਜਿਹੜੇ ਰਹਿੰਦੇ ਆ, ਉਹ 'ਚ ਅਸੀਂ ਫਾਰਮਰ ਨੂੰ ਕਹਿੰਦੇ ਕਿ ਉਹਦੀ ਮਜਬੂਰੀ ਵੀ ਹੈ ਉਹਨੂੰ ਐਜ਼ ਅ ਫਿਊਲ ਯੂਜ਼ ਕਰਨਾ, ਐਜ਼ ਅ ਬਾਲਣ ਯੂਜ਼ ਕਰਨਾ, ਉਹਦੇ 'ਚੋਂ ਜਿਹੜੇ ਵੀ ਟਿੰਡੇ ਉਹ ਝਾੜ ਦੇਵੇ, ਟਿੰਡਿਆਂ ਨੂੰ ਝਾੜ ਕੇ ਅੱਗ ਲਾ ਦੇਵੇ, ਬਾਕੀ ਛਟੀਆਂ ਨੂੰ ਰਹਿਣ ਦੇਵੇ। ਜਾਂ ਪਿੰਡਾਂ ਵਿੱਚ ਕੀ ਕਰਦੇ ਸੀ, ਵਿਆਹ ਸ਼ਾਦੀਆਂ ਵਾਸਤੇ ਉਹ ਛਟੀਆਂ ਨੂੰ ਘੜ ਕੇ ਰੱਖ ਦਿੰਦੇ ਸੀਗੇ, ਤੇ ਚਲੋ ਘੜਨ ਨਾਲ ਕੀ ਹੈ ਕਿ ਉਹਦਾ ਜਿਹੜੀ ਟਿੰਡੇ ਟੁੰਡੇ ਉਹ ਸਾਰੇ ਝੜ ਜਾਂਦੇ, ਕਿਉਂਕਿ ਰਹਿਣਾ ਇਹਨੇ ਛੱਟੀ ਵਿੱਚ ਨਹੀਂ ਹੈ, ਸੋਟੀ 'ਚ ਨਹੀਂ ਰਹਿਣਾ, ਇਹਨੇ ਰਹਿਣਾ ਜਿਹੜੀ ਬॉल 'ਚ ਹੈ, ਜਿਹੜਾ ਅੰਦਰ ਬੀ ਹੈ ਨਾ, ਬੀ ਦੇ ਵਿੱਚ ਹੀ ਸੁਸਤ ਅਵਸਥਾ 'ਚ ਰਹਿਣਾ, ਤੇ ਉਹਨੂੰ ਜੇ ਨਸ਼ਟ ਕਰ ਦੇਵੇ, ਫਾਰਮਰ ਦੀ 70% ਪ੍ਰੋਬਲਮ ਇੱਥੇ ਹੀ ਸੌਟ ਆਊਟ ਹੋ ਜਾਣੀ ਹੈ। ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਅਜੇ ਇਹ ਪ੍ਰੋਬਲਮ ਸਾਡੇ ਆਈ ਹੈ, ਹੁਣ ਫਾਰਮਰ ਸੁਚੇਤ ਹੋ ਰਹੇ ਹੈ। ਗੁਜਰਾਤ 'ਚ ਮਤਲਬ ਮੱਧ ਭਾਰਤ 'ਚ, ਦੱਖਣ ਭਾਰਤ 'ਚ ਇਹ 2015 ਤੋਂ ਆ ਗਈ ਹੈ। 2015 ਤੋਂ ਹੁਣ ਫਾਰਮਰ ਉੱਥੇ ਸੁਚੇਤ ਹੈ। ਹੁਣ ਉੱਥੇ ਜਿਹੜਾ ਇਹਦਾ ਅਟੈਕ ਹੈ ਉਹ ਘੱਟ ਹੋ ਗਿਆ, ਕਿਉਂਕਿ ਜਦੋਂ ਇੱਕ ਵਾਰੀ ਫਾਰਮਰ, ਤੁਸੀਂ ਇਹ ਦੇਖੋ ਗੁਲਾਬੀ ਸੁੰਡੀ ਸਾਡੇ ਇੱਥੇ 1980 ਵੀ ਜ਼ਿਆਦਾ ਪ੍ਰੋਬਲਮ ਸੀਗੀ ਇਹਦੀ, 1980 ਵਿੱਚ ਪ੍ਰੋਬਲਮ ਸੀਗੀ। ਹੁਣ 1980 ਤੋਂ ਤੁਸੀਂ ਦੇਖੋ 2020 ਚ ਪ੍ਰੋਬਲਮ ਆਈ ਹੈ, ਲਗਭਗ 40 ਸਾਲ ਦਾ ਗੈਪ ਹੈ। ਤੇ ਜਿਹੜਾ ਫਾਰਮਰ ਉਸ ਟਾਈਮ, ਜਿਹੜਾ ਹੁਣ ਯੰਗ ਫਾਰਮਰ ਹੈ, ਉਹਨੂੰ ਤੇ ਗੁਲਾਬੀ ਸੁੰਡੀ ਦੇ ਬਾਰੇ ਪਤਾ ਹੀ ਨਹੀਂ ਹੈ। ਇਸ 40 ਸਾਲ ਦਾ ਗੈਪ ਕਿਵੇਂ ਪੈ ਗਿਆ? ਗੈਪ ਇਹ ਹੈ ਕਿ ਉਸ ਤੋਂ ਬਾਅਦ ਬੀਟੀ ਨਰਮਾ ਆ ਗਿਆ, ਮੈਂ ਤੁਹਾਨੂੰ ਦੱਸਿਆ ਨਾ, ਬੀਟੀ ਕਾਟਨ ਆ ਗਿਆ ਸੀ ਸਾਡੇ ਕੋਲ, ਬੀਟੀ ਕਾਟਨ ਆ ਗਿਆ। ਬੀਟੀ ਕਾਟਨ ਨਾਲ ਕੀ ਹੋ ਗਿਆ ਕਿ ਆਲਰੇਡੀ 3 ਸੁੰਡੀਆਂ ਆਪ ਹੀ ਕੰਟਰੋਲ ਹੋ ਰਹੀਆਂ, ਕਿਉਂਕਿ ਉਹਦੀ ਬੀਟੀ ਜ਼ਹਿਰ ਹੈ, ਉਹਨੇ ਕੰਟਰੋਲ ਕਰਤਾ। ਬਟ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਕੀੜਾ ਹੀ ਨਰਮੇ ਦਾ, ਇਹਨੇ ਆਪਣੀ ਹੋਂਦ ਬਚਾਉਣ ਵਾਸਤੇ ਜਿਹੜਾ ਬੀਟੀ ਜ਼ਹਿਰ ਹੈ ਉਹਨੂੰ ਅਡੈਪਟ ਕਰ ਲਿਆ ਉਹਦੇ ਤੇ। ਹੁਣ ਉਹਨੂੰ ਕੁਝ ਨਹੀਂ ਕਹਿੰਦੀ ਹੈ, ਮਤਲਬ ਬੀਟੀ ਜ਼ਹਿਰ ਤੇ ਆਰਾਮ ਨਾਲ ਖਾ ਸਕਦੀ ਹੈ। ਇਸ ਕਰਕੇ ਉਹ ਗੈਪ ਜਿਹੜਾ ਆ ਗਿਆ, ਪਤਾ ਨਹੀਂ ਲੱਗਿਆ। ਪਿਛਲੇ ਸਾਲ ਫਾਰਮਰ ਨੂੰ ਜਿਹੜਾ ਹੈਗਾ ਕ੍ਰੌਪ ਬਹੁਤ ਵਧੀਆ ਸੀ, ਟਿੰਡੇ ਬਣੇ ਪਏ ਸੀ, ਫਾਰਮਰ ਨੂੰ ਲੱਗਿਆ ਕਿ ਬਹੁਤ ਵਧੀਆ ਝਾੜ ਹੋਊਗਾ, ਲੇਕਿਨ ਜਦੋਂ ਅੰਦਰੋਂ ਨਿਕਲਿਆ ਤੇ ਉਹ ਜਿਹੜਾ ਸੁੰਡੀ ਪੂਰੀ ਨਸ, ਕਿਉਂਕਿ ਉਹਨਾਂ ਨੂੰ ਪਤਾ ਇਹਦਾ ਟਾਈਮਲੀ ਐਪਲੀਕੇਸ਼ਨ, ਚਾਹੇ ਇਨਸੈਕਟੀਸਾਈਡ ਵੀ ਹੈਗੇ ਨਾ। ਜਦੋਂ ਮੈਂ ਇਹੀ ਕਹਿੰਦਾ ਕਿ ਫਾਰਮਰ, ਇੱਕ ਤੁਹਾਡੇ ਰਾਹੀਂ ਇਹੀ ਮੈਸੇਜ ਕਰਨਾ ਹੈ ਕਿ ਆਪਣੇ ਖੇਤ ਦਾ ਸਰਵੇਖਣ ਜ਼ਰੂਰ ਕਰੋ, ਗੇੜਾ ਜ਼ਰੂਰ ਮਾਰੋ ਆਪਣੇ ਖੇਤ 'ਚ। ਇੱਕ ਜਗ੍ਹਾ ਤੋਂ ਲਗਭਗ 100 ਫੁੱਲ ਦੇਖ ਲਓ, ਜੇ 100 ਫੁੱਲਾਂ 'ਚ ਤੁਹਾਨੂੰ ਲੱਗਦਾ ਕਿ ਸੁੰਡੀ ਹੈਗੀ ਹੈ ਤੇ ਤੁਸੀਂ ਜਿਹੜਾ ਹੈ ਸਪਰੇਅ ਕਰੋ। ਸਪਰੇਅ ਯੂਨੀਵਰਸਿਟੀ ਨੇ ਜਿਹੜੇ ਸਿਫਾਰਿਸ਼ ਕੀਤੇ ਸਪਰੇਅ ਹੈ, ਡਿਪਾਰਟਮੈਂਟ ਆਫ ਐਗਰੀਕਲਚਰ ਦੀ ਇੱਕ ਐਡਵਾਈਜ਼ਰੀ ਜਿਹੜੀ ਹੈ ਉਹ ਪੇਪਰਾਂ ਤੇ, WhatsApp ਗਰੁੱਪ ਤੇ, ਸਾਰੇ ਤੇ ਚੱਲ ਰਹੀ ਹੈ, ਉਹਨਾਂ ਨੂੰ ਸ਼ੁਰੂ ਕਰ ਦਿਓ। ਤੁਸੀਂ ਬੇਸਿਕਲੀ ਕਰਨਾ ਕੀ ਹੈ, ਅਸੀਂ ਨਰਮੇ ਨੂੰ ਜਿਹੜਾ ਉਹਦੇ ਟਿੰਡੇ ਆ ਜੋ ਫੁੱਲ, ਉਹਨਾਂ ਨੂੰ ਕੋੜਾ ਕਰਨਾ ਹੈ। ਜਿੱਦਾਂ ਹੀ ਅੰਡੇ 'ਚੋਂ ਸੁੰਡੀ ਨਿਕਲੂਗੀ, ਉਹਨੂੰ ਖਾਊਗੀ ਜ਼ਹਿਰ ਵਾਲੇ ਇਹਨੂੰ, ਤੇ ਉਹ ਮਰ ਜੂਗੀ। ਉਹ ਕੰਟਰੋਲ ਦਾ ਇੱਕ ਤਰੀਕਾ ਹੈਗਾ, ਬਟ ਜੇ ਰਾਈਟ ਟਾਈਮ ਤੇ, ਕਿਉਂਕਿ ਪਤਾ ਕੀ ਹੈ, ਇਹ ਕੀੜਾ ਜਦੋਂ ਇਨੀਸ਼ੀਅਲ ਲੈਵਲ ਤੇ ਖੇਤ 'ਚ ਇਹਦੀ ਸੰਖਿਆ ਘੱਟ ਹੁੰਦੀ ਹੈ। ਇੱਕ ਸੁੰਡੀ ਤੋਂ ਲਗਭਗ 55 ਮਾਦਾ ਸੁੰਡੀਆਂ ਆਉਂਦੀਆਂ ਨੇ, ਇੱਕ 55 ਤੋਂ 3000 ਮਾਦਾ, 3000 ਤੋਂ 1 ਲੱਖ। ਜੇ ਜਿਹੜੀ ਚੌਥੀ ਜਨਰੇਸ਼ਨ, ਕਿਉਂਕਿ ਮੈਂ ਦੱਸਿਆ ਤੁਹਾਨੂੰ ਇਹਦਾ ਜੀਵਨ ਚੱਕਰ ਲਗਭਗ 1 ਮਹੀਨੇ ਦਾ ਹੈਗਾ, ਤੇ ਜਿਹੜੀ ਚੌਥੀ ਜਨਰੇਸ਼ਨ ਹੈ ਉਹਦੇ ਵਿੱਚ ਇੱਕ ਮਾਦਾ ਤੋਂ ਜੇ ਕੰਟਰੋਲ ਨਹੀਂ ਕਰਾਂਗੇ, ਲਗਭਗ 8 ਲੱਖ ਜਿਹੜੀਆਂ ਨੇ ਪਤੰਗੇ ਬਣ ਸਕਦੇ। ਲੇਕਿਨ ਜਦੋਂ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰਦੇ ਨੇ ਕਿ ਅਸਾਂਝ ਕਿਸਾਨਾਂ ਨਾਲ ਨਹੀਂ ਪਾਈ ਜਾਂਦੀ ਹੈ, ਕਿ ਜੇ ਤੁਸੀਂ ਕਿਹਾ WhatsApp ਗਰੁੱਪ ਦੇ ਰਾਹੀਂ ਰਿਪੋਰਟ ਆਪਾਂ ਭੇਜਦੇ ਰਹਿੰਦੇ, ਲੇਕਿਨ ਕਿਸਾਨਾਂ ਨੂੰ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਵਿਅਕਤੀਗਤ ਤੌਰ ਤੇ ਉੱਥੇ ਸੱਥ ਦੇ ਵਿੱਚ ਜਾ ਕੇ ਆਪਾਂ ਲੋਕਾਂ ਨੂੰ ਸਮਝਾਈਏ। ਸਾਡੀ ਐਕਸਟੈਂਸ਼ਨ ਟੀਮਸ KVK, ਹੁਣ ਮੈਂ ਤੁਹਾਨੂੰ ਉਸ ਗੱਲ ਤੇ ਆ ਰਿਹਾ, ਜਿਹੜੀ ਟੈਕਨੋਲੋਜੀ ਹੈਗੀ ਹੈ, ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਉਸੇ ਰਾਹੀਂ ਜਵਾਬ ਦੇਵਾਂਗੇ। ਯੂਨੀਵਰਸਿਟੀ ਦਾ ਇੱਕ ਪ੍ਰੋਟੋਕੋਲ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਨਵੀਂ ਟੈਕਨੋਲੋਜੀ ਆਈ ਹੈ ਜਿਹਨੂੰ ਮੇਟਿੰਗ ਡਿਸਰਪਸ਼ਨ ਹੈ, ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਇਹਦੇ ਬਾਰੇ ਕਰਦਾ, ਫਿਰ ਤੁਹਾਡੇ ਉਸ ਸਵਾਲ ਤੇ ਵੀ ਉਸੇ ਵਿੱਚ ਕਵਰ ਕਰਦਾ। ਮੇਟਿੰਗ ਡਿਸਰਪਸ਼ਨ ਬੇਸਿਕਲੀ ਕੀ ਹੈ? ਮੇਟਿੰਗ ਮੀਨਸ ਪ੍ਰਜਨਨ। ਇਸ ਕੀੜੇ ਵਿੱਚ ਨਰ ਤੇ ਮਾਦਾ ਦਾ ਮਿਲਨ ਬਹੁਤ ਜ਼ਰੂਰੀ ਹੈ ਜੇ ਇਹਦੀ ਪੀੜ੍ਹੀ ਅੱਗੇ ਵਧਣੀ ਹੈ, ਕਿਉਂਕਿ ਜੇ ਨਰ ਤੇ ਮਾਦਾ ਦਾ ਮਿਲਨ ਹੋਊਗਾ, ਮਾਦਾ ਨੇ ਅੰਡੇ ਜਿਹੜੇ ਆ ਫਰਟਾਈਲ ਤਾਂ ਹੀ ਦੇਣੇ। ਫਰਟਾਈਲ ਅੰਡੇ ਦਾ ਮਤਲਬ ਹੈ ਉਸੇ ਅੰਡੇ 'ਚੋਂ ਸੁੰਡੀ ਨਿਕਲੂਗੀ। ਕੁਝ ਕੀੜੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਵਿੱਚ ਇਹ ਨਰ ਦੀ ਲੋੜ ਨਹੀਂ, ਮੀਲੀਬਗ ਹੋ ਗਿਆ, ਆਪਣੀ ਚਿੱਟੀ ਮੱਖੀ ਹੋ ਗਈ, ਇਹਨਾਂ ਨੂੰ ਨਰ ਦੀ ਲੋੜ ਨਹੀਂ ਹੈ। ਵਿਦਆਊਟ ਨਰ ਵੀ ਇਹ ਮਾਦਾ ਜਿਹੜੀ ਅੰਡੇ ਦਿੰਦੀ, ਉਹਦੇ 'ਚੋਂ ਬੱਚਾ ਨਿਕਲ ਸਕਦਾ ਹੈ। ਬਟ ਇਹਦੇ ਵਿੱਚ ਇਸ ਕਮਜ਼ੋਰ ਕੜੀ ਨੂੰ ਇਸ ਕੰਪਨੀ ਨੇ ਜਿਹੜਾ ਹੈ ਇਹਨੂੰ ਆਇਡੈਂਟੀਫਾਈ ਕੀਤਾ ਹੋਇਆ। ਇਹਨਾਂ ਨੇ ਇੱਕ ਪ੍ਰੋਡਕਟ ਡਿਵੈਲਪ ਕੀਤਾ, ਕਿਉਂਕਿ ਜਿਹੜੀ ਨਰ ਤੇ ਮਾਦਾ ਦੀ ਭਾਲ ਹੈ ਨਾ, ਉਹ ਹੋਣੀ ਹੈ ਥਰੂ ਕੈਮੀਕਲ ਸਿਗਨਲ। ਕੈਮੀਕਲ ਸਿਗਨਲ ਮਤਲਬ ਮਾਦਾ ਨੇ ਇੱਕ ਫੀਰਾਮੋਨ, ਇੱਕ ਪਲਿਊਮ, ਜਿਹੜਾ ਇੱਕ ਕੈਮੀਕਲ ਛੱਡਣਾ ਹੈ ਆਪਣੀ ਬੋਡੀ 'ਚੋਂ, ਜਿਹਨੂੰ ਨਰ ਨੇ ਪਛਾਣਨਾ ਹੈ। ਉਹ ਖਾਲੀ ਜਿਹੜਾ ਹੈ ਗੁਲਾਬੀ ਸੁੰਡੀ ਦਾ ਨਰ ਹੀ ਪਛਾਣ ਸਕਦਾ ਹੈ। ਇਹਨਾਂ ਨੇ ਹੁਣ ਬਾਇਓਟੈਕਨੋਲੋਜੀ, ਸਾਇੰਸ ਦੀ ਇਹ ਕੈਮੀਕਲ ਦਾ ਬਿਲਕੁਲ ਹੂਬਹੂ ਕੈਮੀਕਲ ਜਿਹੜਾ ਹੈ, ਬਿਲਕੁਲ ਫੀਰਾਮੋਨ ਜਿਹੜਾ ਉਹ ਲੈਬੋਰਟਰੀ 'ਚ ਤਿਆਰ ਕੀਤਾ ਹੋਇਆ ਬੜੇ ਵੱਡੇ ਪੱਧਰ ਤੇ। ਉਸ ਫੀਰਾਮੋਨ ਨੂੰ ਇੱਕ ਪੇਸਟ 'ਚ ਪਾਇਆ ਹੋਇਆ, ਉਹ ਪੇਸਟ ਫਾਰਮੂਲੇਸ਼ਨ ਹੈ ਜਿਸ ਤਰ੍ਹਾਂ ਟੁੱਥਪੇਸਟ ਹੁੰਦਾ ਨਾ, ਬਿਲਕੁਲ ਜੀ ਬਿਲਕੁਲ ਉਸ ਤਰ੍ਹਾਂ ਦਾ ਹੀ ਟੁੱਥਪੇਸਟ ਹੈ। ਉਸ ਪੇਸਟ ਨੂੰ ਅਸੀਂ 400 ਸਪੌਟਸ ਤੇ ਆਪਣੇ ਖੇਤ 'ਚ ਲਗਾ ਦਿੰਦੇ ਹਾਂ। 400 ਸਪੌਟ ਜਦੋਂ ਉਹ ਲੱਗੂਗਾ, ਉਹਦੇ 'ਚੋਂ ਕੀ ਨਿਕਲਣਾ? ਉਹਦੇ 'ਚੋਂ ਜਿਹੜੀ ਮਾਦਾ ਦਾ ਕੈਮੀਕਲ ਹੈ, ਫੀਰਾਮੋਨ ਗੰਧ ਜਿਹਨੂੰ ਕਹਿੰਦੇ, ਉਹ ਗੰਧ ਨਿਕਲਣੀ ਹੈ। ਹੁਣ ਜਿਹੜੀ ਅਸਲ ਮਾਦਾ ਦੀ ਗੰਧ ਹੈ ਉਹ ਮਾਸਕ ਹੋ ਜਾਣੀ ਹੈ। ਮਾਸਕ ਮੀਨਸ ਉਹ ਦੱਬ ਜਾਣੀ,
ਉਹ ਦਬ ਜਾਣੀ ਹੈ, ਉਹ ਉੱਥੇ ਉਹਨੂੰ ਪਤਾ ਨਹੀਂ ਲੱਗਣਾ। ਮੇਲ ਜਿਹੜਾ ਉਹ ਕਨਫਿਊਜ਼ ਹੋ ਚੁੱਕਾ, ਉੱਪਰ ਹਾਂ ਮੀਟਿੰਗ ਡਿਸਰਪਟ ਕਰ ਰਹੇ, ਉਹ ਉੱਥੇ ਹੀ ਘੁੰਮਦਾ ਰਹੂਗਾ। ਐਂਡ ਉਹਦੀ ਵਜ੍ਹਾ ਨਾਲ ਕੀ ਹੋਇਆ ਕਿ ਮੀਟਿੰਗ ਨਹੀਂ ਹੋਊਗੀ ਤੇ ਅੱਗੇ ਦੀ ਜਿਹੜੀ ਪੀੜ੍ਹੀ ਹੈ ਉਹ ਨਹੀਂ ਵਧਣੀ। ਤੇ ਕਾਫੀ ਕਾਰਗਰ ਹੈ। ਇਹ ਨਹੀਂ ਕਿ ਇਹ ਜਿਹੜੀ ਟੈਕਨੋਲੋਜੀ ਪਹਿਲਾਂ ਨਹੀਂ ਇੱਥੇ ਯੂਰਪੀਅਨ ਦੇਸ਼ਾਂ ਵਿੱਚ ਸੇਬ ਵਿੱਚ ਜਿਹੜਾ ਕੌਡਲਿੰਗ ਮੌਤ ਦੀ ਬਹੁਤ ਸਮੱਸਿਆ ਆਉਂਦੀ ਹੈ, ਉਹਨੂੰ ਇਸੇ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਤੇ ਇਹ ਪਹਿਲੀ ਵਾਰੀ ਜਿਹੜੀ ਹੈ ਇਹ ਟੈਕਨੋਲੋਜੀ ਇੰਡੀਆ ਵਿੱਚ ਕਿਸੇ ਵੀ ਕੀਟ ਵਾਸਤੇ, ਹੋਰ ਵੀ ਕੀਟਾਂ ਵਾਸਤੇ ਕੰਪਨੀਜ਼ ਕਾਫੀ ਆ ਰਹੀਆਂ ਨੇ, ਡਿਫਰੈਂਟ ਟਾਈਪ ਦੀ ਫਾਰਮੂਲੇਸ਼ਨ ਹੈ, ਕੋਈ ਪੇਸਟ ਹੈ, ਕੋਈ ਤਾਰਨੁਮਾ ਇੱਕ ਸਟਰਕਚਰ ਹੈ, ਬਟ ਅਲਟੀਮੇਟਲੀ ਗੱਲ ਇਹ ਹੈ ਕਿ ਉਹਦੇ ਚੋਂ ਫਿਰਾਮੋਨ ਨਿਕਲ ਰਿਹਾ। ਤੁਸੀਂ ਖੇਤ ਨੂੰ ਸੈਚੂਰੇਟ ਕਰ ਰਹੇ ਹੋ, ਸੰਤ੍ਰਿਪਤ ਕਰ ਰਹੇ ਹੋ ਖੇਤ ਨੂੰ ਇੱਕ ਫਿਰਾਮੋਨ ਨਾਲ ਸਾਰੇ ਪਾਸੇ, ਕਿਉਂਕਿ ਜਦੋਂ ਆਪਾਂ 400 ਇੱਕ ਸਪੌਟ ਤੇ ਲਗਾਇਆ ਉਹ 2x5 ਮੀਟਰ ਦਾ ਏਰੀਆ ਜਿਹੜਾ ਉਹ ਕਵਰ ਕਰ ਦਿੰਦੀ ਹੈ। ਤੇ ਇਸ ਤਰ੍ਹਾਂ ਹੀ 2x5 ਮੀਟਰ ਜਦੋਂ ਮਾਸਕ ਹੋ ਜਾਂਦਾ ਹੈ, ਜਿਹੜੀ ਵੀ ਗੁਲਾਬੀ ਸੁੰਡੀ ਦਾ ਪਤੰਗਾ ਨਿਕਲੂਗਾ ਜਿਹੜਾ ਉਹ ਉਧਰ ਕਨਫਿਊਜ਼ ਹੋ ਜਾਊਗਾ। ਐਂਡ ਜਿਹੜਾ ਹੈ ਹੁਣ ਦੇਖੋ ਯੂਨੀਵਰਸਿਟੀ, ਤੁਸੀਂ ਜਿਹੜੀ ਮਤਲਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੱਲ ਕਰਾਂ, ਨਾਰਥ 'ਚ 4-5 ਯੂਨੀਵਰਸਿਟੀਆਂ ਨੇ, ਰਾਜਸਥਾਨ 'ਚ 4 ਨੇ, ਹਰਿਆਣੇ ਦੀ ਯੂਨੀਵਰਸਿਟੀ ਹੈਗੀ ਹੈ ਤੇ ਖਾਲੀ ਤੇ ਖਾਲੀ ਇਹਦੀ ਐਡਹੌਕ ਰਿਕਮੈਂਡੇਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦਿੱਤੀ ਹੋਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਦੇ ਟਰਾਇਲਸ 2019 ਤੋਂ ਹੀ ਸ਼ੁਰੂ ਕਰ, ਖਦਸ਼ਾ ਜਿਹੜਾ ਸੀਗਾ ਪਹਿਲਾਂ ਤੋਂ ਸੀਗਾ ਕਿ ਹੋ ਸਕਦਾ ਹੈ ਕਿ ਗੁਲਾਬੀ, ਕਿਉਂਕਿ ਜੇ ਦੇਖੋ ਤੁਸੀਂ ਇਹ ਕਾਟਨ ਦਾ ਜਿਹੜਾ ਏਰੀਆ ਹੈਗਾ, ਜਿਹੜਾ ਸੈਂਟਰਲ ਇੰਡੀਆ ਹੈ, ਸਾਊਦਰਨ ਇੰਡੀਆ, ਉਹਦੇ 'ਚ ਪਹਿਲਾਂ ਹੀ ਆ ਚੁੱਕੇ ਸੀ, ਸਾਨੂੰ ਖਦਸ਼ਾ ਸੀ ਕਿ ਇਸ ਕਰਕੇ ਅਸੀਂ ਟੈਸਟਿੰਗ ਜਿਹੜੀ ਹੈ ਪਹਿਲਾਂ ਹੀ ਸ਼ੁਰੂ ਕਰਤੀ ਸੀਗੀ। ਉਸ ਟੈਸਟਿੰਗ ਦੇ ਬੇਸਿਸ ਅਸੀਂ 2 ਸਾਲ ਟੈਸਟ ਕੀਤੇ, ਰਿਜ਼ਲਟ ਸਾਨੂੰ ਅੱਛੇ ਲੱਗੇ। ਹੁਣ ਸਾਡਾ ਯੂਨੀਵਰਸਿਟੀ ਦਾ ਪ੍ਰੋਟੋਕੋਲ ਇਹ ਹੈ ਕਿ ਅਸੀਂ 2 ਸਾਲ ਆਪਣੇ ਲੈਵਲ ਤੇ ਟੈਸਟ ਕਰਦੇ ਹਾਂ, ਰਿਸਰਚ, ਉਸ ਤੋਂ ਬਾਅਦ ਅਸੀਂ ਇਹਨੂੰ ਕਿਸਾਨਾਂ ਦੇ ਖੇਤ ਤੱਕ ਲੈ ਕੇ ਜਾਂਦੇ। ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ 4000 ਕਿੱਲਿਆਂ ਤੇ 4000 ਏਕਰਸ ਤੇ ਅਕ੍ਰੋਸ ਪੰਜਾਬ, ਇਹਦੇ 'ਚ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ, ਅਬੋਹਰ, ਪੂਰਾ ਪਿੰਡ ਜਿਹੜਾ ਹੈ ਇਸ ਕੰਪਨੀ ਦੀ ਮਦਦ ਨਾਲ ਅਸੀਂ ਅਡਾਪਟ ਕੀਤਾ ਹੋਇਆ, ਉੱਥੇ ਡੈਮੋਨਸਟ੍ਰੇਟ ਕਰ ਰਹੇ ਹਾਂ। ਅਸੀਂ ਸੈਟਿਸਫਾਈਡ ਹੈ, ਬਟ ਹੁਣ ਮੋਰ ਜਿਹੜੀ ਹੈ ਉਹ ਫਾਰਮਰ ਦੀ ਲੱਗਣੀ ਹੈ। ਜੇ ਫਾਰਮਰ ਸੈਟਿਸਫਾਈਡ ਹੋਊਗਾ ਤੇ ਡੈਫੀਨੇਟਲੀ ਜਿਹੜੀ ਮਾਨਸੇ ਦੀ ਜੇ ਆਪਾਂ ਫਸਲ ਕੀ ਕਾਫੀ ਜ਼ਿਆਦਾ ਖਰਾਬ ਹੋਈ ਸੀ, ਕਿਉਂਕਿ ਕਿਸਾਨ ਕਾਫੀ ਪਰੇਸ਼ਾਨ ਹੋਏ ਸੀ ਤੇ ਮੁਆਵਜ਼ਾ ਕਾਫੀ ਮੰਗ ਰਹੇ ਸੀ। ਬਿਲਕੁਲ ਜੀ, ਦੇਖੋ ਮੈਂ ਇਹ ਕਹਿੰਦਾ ਕਿ ਕਿਉਂ ਮੈਂ ਤੁਹਾਨੂੰ ਦੱਸ ਰਿਹਾ, ਪਿਛਲੀ ਵਾਰੀ ਐਕਚੁਅਲੀ ਫਾਰਮਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਲੇਟ ਹੋ ਗਿਆ। ਐਤਕੀ ਅਸੀਂ ਫਾਰਮਰਸ ਨੂੰ ਇਹ ਟੈਕਨੋਲੋਜੀ, ਦੇਖੋ ਹੁਣ ਐਗਜ਼ੈਕਟਲੀ ਇਹ ਨਹੀਂ ਹੈ ਕਿ ਸਾਰੇ ਪੰਜਾਬ 'ਚ ਇੱਕਦਮ ਅਡਾਪਟ ਹੋ, ਕੋਈ ਵੀ ਟੈਕਨੋਲੋਜੀ ਉਹਨਾਂ ਦੀ ਵੀ ਲਿਮਿਟੇਸ਼ਨ ਹੈ, ਇੰਨਾ ਪ੍ਰੋਡਿਊਸ ਨਹੀਂ ਕਰ ਸਕਦੇ ਹੋ। ਅਸੀਂ ਫਾਰਮਰ ਨੂੰ ਹੋਰ ਐਡਵਾਈਜ਼ਰੀ ਜਿਹੜੀ ਇਨਸੈਕਟੀਸਾਈਡ, ਇਹਦਾ ਗੱਲ ਇਹ ਹੈ ਕਿ ਰਾਈਟ ਟਾਈਮ, ਚਾਹੇ ਇਹ ਟੈਕਨੋਲੋਜੀ ਹੈ ਚਾਹੇ ਇਨਸੈਕਟੀਸਾਈਡ ਹੈ। ਇਨਸੈਕਟੀਸਾਈਡ ਦੀ ਬਹੁਤ ਲਿਸਟ ਹੈਗੀ ਹੈ, ਅੱਛੇ ਇਨਸੈਕਟੀਸਾਈਡ ਨੇ। ਜੇ ਫਾਰਮਰ ਪਹਿਲਾਂ ਤੋਂ ਸੁਚੇਤ ਹੋ ਜਾਵੇ, ਆਪਣੇ ਖੇਤ ਦਾ ਸਰਵੇਖਣ ਕਰੇ, ਇੱਕ ਖੇਤ ਵਿੱਚ ਫੀਰਾਮੋਨ ਟਰੈਪ ਆਉਂਦਾ ਹੈ ਜਿਹਦੇ ਵਿੱਚ ਕੀ ਇੱਕ ਚੌਕੀਦਾਰ ਮੰਨ ਕੇ ਚਲੋ ਨਾ, ਖੇਤ 'ਚ ਇੱਕ ਚੌਕੀਦਾਰ ਲਗਾ ਦੇਣਾ ਤੁਸੀਂ। ਚੌਕੀਦਾਰ ਕੀ ਕਰੂਗਾ, ਤੁਹਾਨੂੰ ਦੱਸੂਗਾ ਹਾਂ ਜੀ ਇੱਥੇ ਕੋਈ ਐਕਟੀਵਿਟੀ ਤੇ ਨਹੀਂ ਹੋ ਰਹੀ, ਕੁਝ ਹੋ ਤੇ ਨਹੀਂ ਰਿਹਾ। ਇੱਕ ਫੀਰਾਮੋਨ ਲੱਗ ਜਾਂਦਾ ਖੇਤ 'ਚ, ਇੱਕ 25-30 ਰੁਪਏ ਦਾ ਆਉਂਦਾ ਫੀਰਾਮੋਨ ਟਰੈਪ ਜਿਹਾ। ਉਹਦੇ 'ਚ ਕੀ ਹੈ, ਜਿਹੜੇ ਨਰ ਪਤੰਗੇ ਆ ਨਾ ਉਹ ਪਕੜੇ ਜਾਂਦੇ ਆ। ਉਹਦੇ ਨਾਲ ਫਾਰਮਰ ਨੂੰ ਇੱਕ ਇੰਡੀਕੇਸ਼ਨ ਮਿਲ ਜਾਂਦੀ ਹੈ ਕਿ ਮੇਰੇ ਖੇਤ ਦੇ ਆਲੇ ਦੁਆਲੇ, ਇਹਦਾ ਮਤਲਬ ਗੁਲਾਬੀ ਸੁੰਡੀ ਦੀ ਜਿਹੜੀ ਹੈ ਆਮਦ ਹੋ ਚੁੱਕੀ ਹੈ, ਐਕਟੀਵਿਟੀ ਹੋ ਚੁੱਕੀ ਹੈ। ਇੱਕ ਉਹਨੂੰ ਫੀਰਾਮੋਨ ਟਰੈਪ ਦੀ ਮੋਨੀਟਰਿੰਗ ਕਰੇ। ਫੀਰਾਮੋਨ ਟਰੈਪ, ਜੇ ਫੀਰਾਮੋਨ ਟਰੈਪ ਨਹੀਂ ਅਵੇਲੇਬਿਲਟੀ ਹੈ ਤੇ ਤੁਸੀਂ ਖਾਲੀ ਫੁੱਲਾਂ ਨੂੰ ਦੇਖੋ। ਫੁੱਲਾਂ ਨੂੰ ਦੇਖਣ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਅਟੈਕ ਹੈਗਾ ਤੇ ਤੁਸੀਂ ਜਿਹੜਾ ਹੈਗਾ ਸਪਰੇਅ ਸ਼ਡਿਊਲ ਜਿਹੜਾ ਯੂਨੀਵਰਸਿਟੀ ਨੇ ਦਿੱਤਾ ਹੋਇਆ ਉਹਨੂੰ ਫੋਲੋ ਕਰੋ। ਤੇ ਇਹ ਟੈਕਨੋਲੋਜੀ ਫਾਰਮਰ ਜਿਹੜੇ ਕਾਟਨ ਫਾਰਮਰਸ ਨੇ ਉਹ ਦੇਖਣ, ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਟੈਕਨੋਲੋਜੀ ਦਾ, ਮੈਂ ਡੈਫੀਨੇਟ, ਦੇਖੋ ਬੀਟੀ ਨਰਮਾ ਜਦੋਂ ਆਇਆ ਸੀ 2003 'ਚ 10,000 ਏਕੜ ਤੇ ਸੀਗਾ। ਹੁਣ ਬੀਟੀ ਨਰਮੇ ਦੇ ਅੰਡਰ ਲਗਭਗ 99% ਏਰੀਆ, ਠੀਕ ਹੈ, ਟੈਕਨੋਲੋਜੀ ਅੱਛੀ ਸੀਗੀ, ਫਾਰਮਰ ਆਪ ਹੀ ਅਡਾਪਟ ਕਰਦਾ। ਫਾਰਮਰ ਨੂੰ ਆਪਾਂ ਨੂੰ ਕੋਈ ਇਹ ਨਹੀਂ ਹੈ ਕਿ ਜ਼ੋਰ ਜ਼ਬਰਦਸਤੀ ਵਾਲੀ ਗੱਲ ਹੀ ਨਹੀਂ ਹੈ। ਜੇ ਟੈਕਨੋਲੋਜੀ ਅੱਛੀ ਹੋਗੀ, ਅਸੀਂ ਆਪਣੇ ਟਰਾਇਲਸ ਕਰ ਚੁੱਕੇ ਹਾਂ, ਅਸੀਂ ਹੁਣ ਇਹਨੂੰ ਫਾਰਮਰ ਅਡੈਪਟਿਵ ਟਰਾਇਲਸ ਜਿਹਨੂੰ ਕਹਿੰਦੇ ਆ, ਅਡੈਪਟਿਵ ਟਰਾਇਲਸ ਅਸੀਂ 4000 ਏਕੜ ਤੇ ਲਗਾਇਆ। ਔਰ ਇੰਨੇ ਵੱਡੇ ਟਰਾਇਲਸ ਲੱਗਦੇ ਨਹੀਂ ਹੈਗੇ, ਕਿਉਂਕਿ ਇਸ ਟੈਕਨੋਲੋਜੀ ਜਿਹੜੀ ਹੈ ਇਹ ਮੰਗਦੀ ਹੈ ਕਿ ਜਿੰਨਾ ਵੱਡਾ ਏਰੀਆ ਹੋਊਗਾ ਨਾ ਉਨਾ ਹੀ ਇਹਦਾ ਜਿਹੜਾ ਸਕਸੈਸਫੁਲ ਜਿਹੜਾ ਉਹ ਤੁਹਾਨੂੰ ਮਿਲੂਗਾ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਯੂਨੀਵਰਸਿਟੀ ਇਹਦੇ ਵਿੱਚ ਲੱਗੀ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਅਸੀਂ 2007 ਵਿੱਚ 2006 ਵਿੱਚ ਮੀਲੀਬਗ ਬਹੁਤ ਵੱਡੀ ਸਮੱਸਿਆ ਸੀ। 2015 ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਨੂੰ ਚਿੱਟੇ ਮੱਛਰ ਨੇ ਕਿੰਨਾ ਨੁਕਸਾਨ ਕੀਤਾ ਸੀਗਾ। ਉਸ ਤੋਂ ਬਾਅਦ ਵੀ ਨਰਮੇ ਤੋਂ ਬਿਨਾਂ ਨਹੀਂ ਸਰਨਾ, ਇਹ ਬਿਲਕੁਲ ਇਹ ਗੱਲ ਹੈ। ਨਰਮੇ ਉਹ ਜਿਹੜਾ, ਕਿਉਂਕਿ ਡਾਈਵਰਸਿਟੀ ਜਿਹੜੇ ਫਸਲੀ ਚੱਕਰ ਤੋਂ ਹੈ ਤੇ ਨਰਮਾ ਹੀ ਬਚਾ ਸਕਦਾ। ਜਿਹੜੀ ਪਾਣੀ ਦੀ ਆਪਣੀ ਕੁਆਲਿਟੀ ਹੈ ਉਹ ਤੋਂ ਨਰਮਾ ਹੀ ਬਚਾ ਸਕਦਾ ਹੈ। ਜਿਹੜੇ ਪਾਣੀ ਦੀ ਪੱਧਰ ਨੀਚੇ ਗਿਆ ਉਹਦੇ ਤੋਂ ਨਰਮਾ ਹੀ ਬਚਾ ਸਕਦਾ ਹੈ, ਕਾਟਨ ਹੀ ਬਚਾ ਸਕਦਾ ਹੈ। ਇਸ ਕਰਕੇ ਕਾਟਨ ਤੋਂ ਬਿਨਾਂ ਕੋਈ ਸੋਲੂਸ਼ਨ ਨਹੀਂ ਹੈ। ਤੇ ਡੈਫੀਨੇਟਲੀ ਯੂਨੀਵਰਸਿਟੀ ਇਹਦੇ ਵਿੱਚ ਬਹੁਤ ਮਤਲਬ ਪੂਰਾ ਇਹ ਰੱਖਿਆ ਹੋਇਆ, ਆਪਣਾ ਰਿਸਰਚ ਜਿਹੜੀ ਹੈ ਉਹ ਬਿਲਕੁਲ ਫੋਰਫਰੰਟ ਤੇ ਰੱਖੀ ਹੋਈ ਆ ਅਸੀਂ, ਕਿ ਤਾਂ ਕਿ ਅਸੀਂ ਫਾਰਮਰਸ ਨੂੰ ਵਧੀਆ ਤੋਂ ਵਧੀਆ ਈਕੋ ਫਰੈਂਡਲੀ ਟੈਕਨੋਲੋਜੀ ਜਿਹੜੀ ਉਹ ਦਈਏ ਤਾਂ ਕਿ ਉਹ ਕੰਟਰੋਲ ਹੋ ਸਕੇ। ਕਿਸਾਨ ਵੀ ਚਾਹੁੰਦੇ ਨੇ ਕਿ
ਜੇ ਫਸਲੀ ਚੱਕਰ ਹੈ ਇਹਨੂੰ ਤੋੜਿਆ ਜਾਏ ਤਾਂ ਜੋ ਪਾਣੀ ਦਾ ਪੱਧਰ ਨੀਚੇ ਜਾਂਦਾ ਜਾ ਰਿਹਾ ਉਹਨੂੰ ਰੋਕਿਆ ਜਾ ਸਕੇ। ਬਿਲਕੁਲ ਜੀ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਨਰਮਾ ਜਿਹੜਾ ਨਾ ਇੱਕ ਆਈਡੀਅਲ ਕ੍ਰੌਪ ਹੈ, ਕਿਉਂਕਿ ਆਪਣੇ ਏਰੀਆ ਜਿਹੜਾ ਉਸ ਪਾਸੇ ਦਾ ਏਰੀਆ ਜਿਹੜਾ ਮਾਲਵਾ ਬੈਲਟ ਹੈ ਉਹ ਹੈ ਹੀ ਨਰਮੇ ਦੀ ਜ਼ੋਨ ਹੈਗੀ ਹੈ। ਉਧਰ ਝੋਨੇ ਤੋਂ ਕਿਉਂ ਪਾਣੀ ਜੇ ਤੁਹਾਡਾ ਤੁਸੀਂ ਇਹ ਦੇਖੋ ਨਾ, ਪਾਣੀ ਵਿੱਚ ਕਿਤੇ ਕਿਤੇ ਜਗ੍ਹਾ ਤੇ ਸਾਲਟ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਹੈ। ਤੁਸੀਂ ਇਹ ਮੰਨ ਕੇ ਚਲੋ ਜੇ ਆਪਾਂ ਪਾਣੀ ਲੂਣਾ ਪਾਣੀ ਜਿਹੜਾ ਹੈ ਜੇ ਉਹਦੇ ਨਾਲ ਮੂੰਹ ਧੋਂਦੇ ਹਾਂ ਸਾਨੂੰ ਕਿਹੋ ਜਿਹਾ ਲੱਗਦਾ ਹੈ, ਮੂੰਹ 'ਚ ਪਾ ਦਿੰਦੇ ਹਾਂ ਕਿਹੋ ਜਿਹਾ। ਜੇ ਤੁਸੀਂ ਜ਼ਮੀਨ 'ਚ ਆਪਾਂ ਪਾਣੀ ਕੱਢ ਕੇ ਵਾਈ ਜਾਈਏ ਤੇ ਡੈਫੀਨੇਟਲੀ ਜ਼ਮੀਨ ਦੀ ਕੁਆਲਿਟੀ ਜਿਹੜੀ ਹੈ ਨਾ, ਅੱਗੇ ਉਹਦਾ ਪੀਐਚ ਅਤੇ ਉਹਦੀ ਐਸਿਡਿਟੀ, ਉਹ ਮਤਲਬ ਕਈ ਚੀਜ਼ਾਂ ਜਿਹੜੀਆਂ ਉਹਨੇ ਸਾਇਲ ਹੈਲਥ ਜਿਹੜੀ ਹੈ ਉਹ ਖਰਾਬ ਕਰਨੀ। ਇਸ ਕਰਕੇ ਇਹਦੇ ਵਾਸਤੇ ਸਾਡੇ ਕੋਲ ਇੱਕੋ ਇੱਕ ਸੋਲੂਸ਼ਨ, ਅੱਛੀ ਸੋਲੂਸ਼ਨ ਜਿਹੜੀ ਹੈਗੀ ਹੈ ਕਾਟਨ ਹੈਗੀ ਹੈ। ਅੱਛੇ ਰੇਟਸ ਨੇ, ਰੇਟਸ ਨੂੰ ਦੇਖਦੇ ਹੋਏ ਮਤਲਬ ਯੂਨੀਵਰਸਿਟੀ ਅੱਗੇ ਹੈ ਬਿਲਕੁਲ। ਫਾਰਮਰ ਵੀ ਇਸ ਗੱਲ ਨੂੰ, ਕਈ ਫਾਰਮਰ ਨੇ ਮਤਲਬ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਦੇ ਆਰ ਵੈਰੀ ਪੋਜ਼ਿਟਿਵ ਨੇ ਇਹਦੇ ਵਾਸਤੇ। ਹੁਣ ਕਿਤੇ ਕਿਤੇ ਹੈ ਕਿ ਜਿੱਥੇ ਨਹੀਂ ਹੈ, ਸਾਡੀ ਮੈਸੇਜ ਨਹੀਂ ਪਹੁੰਚ ਰਹੀ ਹੈ, ਜਾਂ ਸਾਨੂੰ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹੀ ਮੈਸੇਜ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ। ਨਰਮਾ ਇਹ ਬਿਲਕੁਲ ਗੁਲਾਬੀ ਸੁੰਡੀ ਦਾ ਕੰਟਰੋਲ ਜਿਹੜਾ ਇਹ ਨਹੀਂ, ਇਹ ਟੈਕਨੋਲੋਜੀ ਜਿਹੜੇ ਹੋਰ ਵੀ ਸਾਡੇ ਕੋਲ ਜਿਹੜੀਆਂ ਆਪਾਂ ਯੂਨੀਵਰਸਿਟੀ ਸਿਫਾਰਸ਼ਾਂ ਦੇ ਰਹੀਆਂ, ਜੇ ਉਹਨੂੰ ਫੋਲੋ ਕਰਨਗੇ ਤਾਂ ਆਰਾਮ ਨਾਲ ਹੋ ਸਕਦਾ ਹੈ ਜੀ। ਇਹਨਾਂ ਦਾ ਕਹਿਣਾ ਹੈ ਕਿ ਅਗਰ ਸਹੀ ਦਿਸ਼ਾ ਨਿਰਦੇਸ਼ ਦੇ ਨਾਲ ਤੇ ਸਖਤੀ ਦੇ ਨਾਲ ਅਗਰ ਸਰਵੇਖਣ ਕੀਤਾ ਜਾਵੇ ਖੇਤਾਂ ਦਾ ਤਾਂ ਗੁਲਾਬੀ ਸੁੰਡੀ ਨੂੰ ਸਮੇਂ ਸਿਰ ਜੋ ਹੈ ਰੋਕਿਆ ਜਾ ਸਕਦਾ ਹੈ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, दैनिक सवेरा टीवी। मियां मुराद अली जी खुदा दे घर देर है अंधेर नहीं, हर समस्या ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਿਰਾਇਆ, लॉटरी नंबर ਹੋਵੇ ਜਾਂ ਲੋਟੋ मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98417 18786 97797 24075।